मैं नाही, कछ हौ नहीं, किछ आहे न मोरा। अवसर लज्जा राख लिहो, सदना जन तोरा। तुमरी शरण तुम्हारी आसा, तुम ही सजन सुहेले। रखो रखनहार दयाला, नानक घर के गोले। जगत जोत ज़हरा ज़हूर हाजरा हजूर, चवर छतर तखत दे मालक, दसां पातशाहियां दे आत्मक स्वरूप साहिब श्री गुरु ग्रंथ साहिब महाराज जी दी पावन पवित्र हजूरी विच ब्रह्म ज्ञानी महापुरख कर्म जोगी संत बाबा सुच्चा सिंह जी दी 7ਵੀਂ सालाना याद विच जुड़ बैठी समूह साध संगत। वाहिगुरु जी का खालसा, वाहिगुरु जी की फतेह। असीं तुसीं वडभागे हाँ जिन्हां नूं गुरु ग्रंथ साहिब महाराज की हजूरी विच जुड़ बैठण दा सुभाग अवसर प्राप्त होया और गुरु ग्रंथ साहिब महाराज की हजूरी विच जुड़ बैठ के उन्हां महापुरखां नूं आपां याद कर रहे हाँ, चेते कर रहे हाँ जिन्हां ने अपना सारा जीवन धन गुरु ग्रंथ साहिब महाराज जी दे लेखे लाया, जिन्हां ने अपना सारा जीवन गुरमत दे प्रचार ते प्रसार लई लाउणा कीता। जिन्हां महापुरखां ने जो साडे विच परंपरा खत्म हुंदी जा रही सी कीर्तन दी, धन गुरु ग्रंथ साहिब महाराज की बाणी 31 रागां विच तुसीं सारे ही जानदे हो, मेथों वध विद्वान बैठे हो। 31 रागां विच बाणी उचारण कीती, नाल उहदे सहायक राग ने, सहायक ते महापुरखां ने जो साडे विचों ये रागां दी परंपरा खत्म हुंदी जा रही सी, असीं रागां नूं छड्डदे जा रहे सी। बहुत वड्डा उद्यम उपराला करके उन्हां ने निर्धारित रागां विच गुरबाणी दे कीर्तन दी परंपरा नूं मुड़ सुरजीत कीता। साडे भी कंन राग नूं सुणदे नहीं सी, सानूं भी चंगा नहीं सी लगदा राग, असीं भी कंन रस विच हो गए सां। तुसीं सारे ही जानदे हो, मैं उस पासे नहीं जाना। बहुत सारे लोगों ने ये जोग बनाए हुए सन, जोग भई जी फलाना रागी कीर्तन करदा सी, माई रोई जाती सी, उन्हें कहा इस माता नूं राग दी समझ, कहन लगी पुत्र नहीं मैं तो होर करके रोंदी सा। पर महापुरखा ने बहुत वड्डा उद्यम उपराला करके ਜਿਹੜੇ ਅਸੀਂ ਬਾਣੀ ਨਾਲੋਂ ਟੁੱਟਦੇ ਜਾ ਰਹੇ ਸਾਂ ਉਹਨਾਂ ਨੂੰ ਜੋੜਨ ਦਾ ਬਹੁਤ ਵੱਡਾ ਉਦਮ ਉਪਰਾਲਾ ਕੀਤਾ। ਰਾਗਾਂ ਦੇ ਨਿਰਧਾਰਤ ਕੀਰਤਨ ਦਰਬਾਰ ਸ਼ੁਰੂ ਕਰਵਾਏ। ਹੁਣ ਬਹੁਤ ਸਾਰੀ ਸੰਗਤ ਬੈਠ ਕੇ ਪਿਆਰ ਨਾਲ, ਸ਼ਰਧਾ ਨਾਲ, ਪ੍ਰੇਮ ਨਾਲ, ਭਾਵਨਾ ਨਾਲ ਰਾਗ ਦਰਬਾਰਾਂ ਵਿੱਚ ਰਾਗਾਂ ਸਹਿਤ ਜੋ ਕੀਰਤਨ ਹੁੰਦਾ ਉਹਨੂੰ ਸਰਵਣ ਕਰਦੇ ਨੇ। ये बहुत वड्डी महापुरखों की देन। दूसरा, उन्होंने गुरमत के प्रचार लई सिक्खी सिद्धांतां नूं सुरजीत करन लई जो भुले हुए सन, अपने विरसे तो टुट गए सन, उन्होंने जोड़न वास्ते जवद्दी टकसाल कायम की जिहड़ी निरंतर चल रही है, जिन्हों इस वेले महापुरख संत बाबा अमीर सिंह जी उस तरह जिमें बाबा सुच्चा सिंह जी चला रहे सन, उस तरह
ਵੱਧ ਤੋਂ ਵੱਧ ਉਦਮ ਉਪਰਾਲਾ ਕਰਕੇ ਚਲਾ ਰਹੇ ਨੇ। ਉਸੇ ਤਰ੍ਹਾਂ ਗੁਰਮਤਿ ਸੰਗੀਤ ਵਿਦਿਆਲਾ, ਰਾਗਾਂ ਦੇ ਨਿਰਧਾਰਤ, ਗੁਰਬਾਣੀ ਦੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ, ਗੁਰ ਇਤਿਹਾਸ, ਆਉਣ ਵਾਲੀ ਪਨੀਰੀ ਨੂੰ ਪੜ੍ਹਾਉਣ ਦੀ ਸੇਵਾ ਨਿਰੰਤਰ ਮਹਾਂਪੁਰਖ ਕਰ ਰਹੇ ਨੇ। ਆਪ ਜੀ ਨੇ ਵਿਚਾਰ ਸਰਵਣ ਕੀਤੇ। ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਥਾ ਭਿੰਡਰਾਂ ਵਾਲਿਆਂ ਦੇ ਮੁਖੀ, ਸੰਤ ਸਮਾਜ ਦੇ ਪ੍ਰਧਾਨ ਸਾਹਿਬ, ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਪਾਸੋਂ, ਔਰ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੁਣਾਂ ਕੋਲੋਂ ਬਹੁਤ ਸੁੰਦਰ ਬਚਨ ਗੁਰਬਾਣੀ ਦੇ ਸਰਵਣ ਕੀਤੇ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਾਲਿਆਂ ਨੇ ਆਪ ਜੀ ਨੂੰ ਇਹ ਦਰਸਾਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਿਰੰਕਾਰ ਦਾ ਸਰੂਪ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹਦੇ ਬਰਾਬਰ ਹੋਰ ਕੋਈ ਹੈ ਹੀ ਨਹੀਂ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਸਤਿਗੁਰ ਦੀ ਬਾਣੀ ਸਤ ਦਾ ਸਰੂਪ ਹੈ। ਗੁਰਬਾਣੀ ਬਣੀ ਹੈ ਅੰਮ੍ਰਿਤ ਬਾਣੀ, ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਇਹ ਅੰਮ੍ਰਿਤਮਈ ਬਾਣੀ, ਇਹਦਾ ਅੱਖਰ ਅੱਖਰ ਸਤ ਹੈ। ਕੋਈ ਵੀ ਅੱਖਰ ਗੁਰਬਾਣੀ ਦਾ ਅਸਤ ਨਹੀਂ। ਇਹ ਸਤ ਹੈ, ਸਤ ਹੈ, ਸਤ ਹੈ। ਮੈਂ ਕਈ ਦਫਾ ਇਹ ਬਚਨ ਸੰਗਤਾਂ ਦੇ ਨਾਲ ਸਾਂਝਾ ਕੀਤਾ ਕਿ ਮਹਾਂਪੁਰਖ ਕਥਾ ਕਰ ਰਹੇ ਸਨ, ਪ੍ਰਸੰਗ ਇਹ ਚੱਲ ਰਿਹਾ ਸੀ, ਨਾਨਕ ਦੁਖੀਆ ਸਭ ਸੰਸਾਰ। ਤੇ ਕਿਸੇ ਗੁਰਮੁਖ ਨੇ ਇਸ ਗੱਲ ਤੇ ਕਿੰਤੂ ਕਰ ਦਿੱਤਾ, ਕੋਈ ਸਾਰਾ ਸੰਸਾਰ ਦੁਖੀ ਨਹੀਂ ਹੋ ਸਕਦਾ। ਕਥਾ ਸੁਣੀਏ। ਸੰਤ ਬਾਬਾ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੱਚਖੰਡ ਵਾਸੀ ਭਿੰਡਰਾਂ ਵਾਲੇ, ਇਸ ਸ਼ਬਦ ਦੇ ਉੱਤੇ ਉਹਨਾਂ ਦੀ ਬੜੀ ਲੰਮੀ ਕਥਾ ਹੈ, ਬੜੀ ਲੰਮੀ। ਸੰਤ ਬਾਬਾ ਜਰਨੈਲ ਸਿੰਘ ਜੀ ਮੁਖੀ ਦਮਦਮੀ ਟਕਸਾਲ ਸੱਚਖੰਡ ਵਾਸੀ ਅਮਰ ਸ਼ਹੀਦ, ਉਹਨਾਂ ਨੇ ਵੀ ਇਸ ਸ਼ਬਦ ਦੀ ਬੜੀ ਡੂੰਘੀ ਵਿਆਖਿਆ ਕੀਤੀ। ਗਿਆਨੀ ਕਰਤਾਰ ਸਿੰਘ ਹੁਣੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬੜੀ ਡੂੰਘੀ ਵਿਆਖਿਆ ਕੀਤੀ। ਭਾਈ ਸਾਹਿਬ ਭਾਈ ਸੰਤ ਸਿੰਘ ਜੀ ਮਸਕੀਨ ਜੀ ਨੇ ਵੀ ਇਹਦੀ ਬੜੀ ਡੂੰਘੀ ਵਿਆਖਿਆ ਕੀਤੀ ਇਸ ਸ਼ਬਦ ਦੀ। ਨਾਨਕ ਦੁਖੀਆ ਸਭ ਸੰਸਾਰ। ਤੇ ਕਿੰਤੂ ਕਰਨ ਵਾਲੇ ਕਹਿਣ ਲੱਗੇ ਜੀ ਅਸੀਂ ਤੇ ਇਸ ਗੱਲ ਨਾਲ ਸਹਿਮਤ ਨਹੀਂ। ਮਹਾਂਪੁਰਖ ਕਹਿਣ ਲੱਗੇ, ਗੁਰਮੁਖਾ ਜਾਂ ਤੂੰ ਮੈਨੂੰ ਸਹਿਮਤ ਕਰ ਲੈ ਜਾਂ ਤੂੰ ਸਹਿਮਤ ਹੋ ਜਾ, ਉਦਾਹਰਣ ਦੇ ਕੇ ਸਮਝਾ, ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਕਰ। ਉਹਨੇ ਕੀ ਕੀਤਾ, ਦੂਸਰੇ ਦਿਨ ਇੱਕ ਫੁੱਲਾਂ ਦਾ ਗੁਲਦਸਤਾ ਲੈ ਆ। ਕਹਿਣ ਲੱਗੇ ਮੈਂ ਸਮਝਿਆ ਵੀ ਗੁਰੂ ਸਾਹਿਬ ਨੂੰ ਮੱਥਾ ਟੇਕੇਗਾ, ਨਹੀਂ ਟੇਕਿਆ। ਕਿਸੇ ਆਪਣੇ ਮਿੱਤਰ ਪਿਆਰੇ ਨੂੰ ਇਹ ਫੁੱਲਾਂ ਦਾ ਗੁਲਦਸਤਾ ਭੇਟ ਕਰੇਗਾ, ਨਹੀਂ ਭੇਟ ਕੀਤਾ। ਜਦੋਂ ਕਥਾ ਦੀ ਸਮਾਪਤੀ ਹੋਈ ਤੇ ਮੇਰੇ ਕੋਲੇ ਆ ਗਿਆ, ਕਹਿਣ ਲੱਗਾ ਮਹਾਂਪੁਰਖੋ ਆਹ ਫੁੱਲਾਂ ਦਾ ਗੁਲਦਸਤਾ ਦੇਖਦੇ ਹੋ? ਕਹਿਣ ਲੱਗੇ ਹਾਂ ਦੇਖਦਾ। ਇਹਦੇ ਵਿੱਚ ਕੋਈ ਫੁੱਲ ਮੁਰਝਾਇਆ ਨਹੀਂ, ਇਹ ਸਾਰੇ ਫੁੱਲ ਖਿੜੇ ਹੋਏ ਨੇ। ਤੇ ਤੁਸੀਂ ਕਿਵੇਂ ਕਹਿੰਦੇ ਹੋ ਗੁਰਬਾਣੀ ਦਾ ਅੱਖਰ ਅੱਖਰ ਸਤ ਹੈ? ਨਾਨਕ ਦੁਖੀਆ ਸਭ ਸੰਸਾਰੇ ਤੇ ਸੁਖੀ ਨੇ। ਕਹਿਣ ਲੱਗੇ ਮੈਂ ਬੜੀ ਨਿਮਰਤਾ ਨਾਲ ਉਸ ਗੁਰਮੁਖ ਨੂੰ ਆਖਿਆ, ਹੱਥ ਜੋੜ ਕੇ, ਕਿ ਭਾਈ ਸਾਹਿਬ ਇਹ ਫੁੱਲਾਂ ਦਾ ਗੁਲਦਸਤਾ ਇਸੇ ਤਰ੍ਹਾਂ ਰੱਖ ਦਿਓ, ਕੱਲ੍ਹ ਨੂੰ ਮੇਰੇ ਕੋਲੇ ਲੈ ਆਉਣਾ। ਜਦੋਂ ਇਹ ਆਖਿਆ ਨਾ ਕੱਲ੍ਹ ਨੂੰ ਮੇਰੇ ਕੋਲੇ ਲੈ ਆਉਣਾ, ਤੇ ਉਹ ਇੱਕਦਮ ਕਹਿਣ ਲੱਗਾ ਜੀ ਕੱਲ੍ਹ ਨੂੰ ਤੇ ਫੁੱਲ ਮੁਰਝਾ ਜਾਣੇ ਨੇ। ਤੇ ਫਿਰ ਕਹਿਣ ਲੱਗੇ ਜਦੋਂ ਇਹ ਕੱਲ੍ਹ ਨੂੰ ਮੁਰਝਾ ਜਾਣੇ ਨੇ, ਫਿਰ ਗੁਰਬਾਣੀ ਦਾ ਅੱਖਰ ਤੇ ਸਤ ਸਤ ਹੈ। ਜਿਹੜਾ ਆਪਣੇ ਅਸਲੇ ਨਾਲੋਂ ਟੁੱਟ ਗਿਆ, ਜਿਹੜਾ ਆਪਣੇ ਧੁਰੇ ਨਾਲੋਂ ਟੁੱਟ ਗਿਆ, ਜਿਹੜਾ ਇੱਕ ਨਾਲੋਂ ਟੁੱਟ ਗਿਆ, ਜਿਹੜਾ ਆਪਣੇ ਮੂਲ ਨਾਲੋਂ ਟੁੱਟ ਗਿਆ, ਉਹਨੇ ਤੇ ਸੁੱਕਣਾ ਹੀ ਸੁੱਕਣਾ।
ਉਹਨੇ ਤੇ ਮੁਰਝਾਣਾ ਹੀ ਮੁਰਝਾਣਾ ਹੈ। ਤੇ ਬਾਬੇ ਨਾਨਕ ਨੇ ਜੋ ਬਚਨ ਕੀਤੇ ਨੇ ਇਹ ਬਿਲਕੁਲ ਸਤ ਨੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਤੇ ਜਿਹੜੇ ਗੁਰਬਾਣੀ ਦਾ ਅਦਬ ਨਹੀਂ ਕਰਦੇ, ਸਤਿਕਾਰ ਨਹੀਂ ਕਰਦੇ, ਗੁਰਬਾਣੀ ਦਾ ਮਨ ਵਿੱਚ ਭੈ ਨਹੀਂ ਧਾਰਨ ਕਰਦੇ, ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਬਚਨ ਪੜ੍ਹੋ। ਪਾਤਸ਼ਾਹ ਕਹਿੰਦੇ ਨੇ ਜਿਨ ਗੁਰਬਾਣੀ ਭੈ ਅਦਬ ਨਾ ਧਾਰਾ, ਜਾਣੋ ਨਾਹੀਂ ਸਿੱਖ ਹਮਾਰਾ। ਉਹ ਸਾਡਾ ਸਿੱਖ ਹੀ ਨਹੀਂ ਜਿਹੜਾ ਗੁਰਬਾਣੀ ਦਾ ਅਦਬ ਨਹੀਂ ਕਰਦਾ, ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ, ਗੁਰਬਾਣੀ ਦਾ ਮਨ ਵਿੱਚ ਭੈ ਨਹੀਂ ਧਾਰਨ ਕਰਦਾ। ਜਿੰਨਾ ਚਿਰ ਤੁਹਾਡੇ ਮਨ ਵਿੱਚ ਭੈ ਨਹੀਂ, ਪ੍ਰੇਮ ਨਹੀਂ, ਸ਼ਰਧਾ ਨਹੀਂ, ਭਾਵਨਾ ਨਹੀਂ, ਉਹਨਾਂ ਚਿਰ ਤੁਸੀਂ ਗੁਰੂ ਕੋਲੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਜੇ ਮਨ ਵਿੱਚ ਭੈ ਹੈ, ਮਨ ਵਿੱਚ ਸ਼ਰਧਾ ਹੈ, ਮਨ ਵਿੱਚ ਪ੍ਰੇਮ ਹੈ, ਮਨ ਵਿੱਚ ਗੁਰੂ ਦਾ ਅਦਬ ਸਤਿਕਾਰ ਹੈ, ਤੇ ਗੁਰੂ ਕੋਲੋਂ ਸਾਰਾ ਕੁਝ ਹੀ ਪ੍ਰਾਪਤ ਕਰ ਲਵੋਗੇ। ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ। ਸਾਚ ਕਹੋ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਗੁਰੂ ਦੇ ਬਚਨਾਂ ਨਾਲ, ਗੁਰਬਾਣੀ ਨਾਲ ਪ੍ਰੇਮ ਕੀਤਾ, ਉਹਨੇ ਸਾਰਾ ਕੁਝ ਹੀ ਪ੍ਰਾਪਤ ਕਰ ਲਿਆ। ਇੱਥੇ ਤਾਂ ਸੌਦੇ ਭਾਵਨਾ ਦੇ ਨੇ। ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਜੀਵਨ ਪੜ੍ਹੀਏ। ਜੋ ਉਹਨਾਂ ਨੇ ਸਾਧਨਾ ਕੀਤੀ, ਜੋ ਉਹਨਾਂ ਨੇ ਤਪੱਸਿਆ ਕੀਤੀ, ਬੜੀ ਕਰੜੀ ਤਪੱਸਿਆ ਮਹਾਂਪੁਰਖਾਂ ਦੀ ਸੀ, ਬੜੀ ਕਰੜੀ ਉਹਨਾਂ ਦੀ ਸਾਧਨਾ ਸੀ। ਸਾਧ ਨਾਮ ਨਿਰਮਲ ਤਾਕੇ ਕਰਮ। ਜਿਹਨੇ ਸਾਧ ਲਿਆ ਆਪਣੇ ਸਰੀਰ ਨੂੰ, ਜਿਹਨੇ ਆਪਣੇ ਕਰਮ ਇੰਦਰੀਆਂ ਤੇ, ਗਿਆਨ ਇੰਦਰੀਆਂ ਤੇ ਕਾਬੂ ਪਾ ਲਿਆ, ਉਹ ਹੈ ਪੂਰਨ ਤੌਰ ਤੇ ਸੰਤ, ਉਹ ਹੈ ਪੂਰਨ ਤੌਰ ਤੇ ਸਾਧ। ਤੇ ਐਸੇ ਸਾਧੂਆਂ ਬਾਬਤ ਧੰਨ ਗੁਰੂ ਨਾਨਕ ਮਹਾਰਾਜ ਜੀ ਬਚਨ ਕਰਦੇ ਨੇ ਸ੍ਰੀ ਰਾਗ ਵਿੱਚ। ਭਾਈ ਰੇ ਸੰਤ ਜਨਾਂ ਕੀ ਰੇਣ, ਹੇ ਭਾਈ ਸਾਧੂਆਂ ਦੀ ਚਰਨ ਧੂੜ ਬਣ ਜਾ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਪੜ੍ਹਦੇ ਨਾ, ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਤੇ 12 ਮਹਾ ਮਾਝ ਵਿੱਚ ਵੀ ਇਹ ਸ਼ਬਦ ਪੜ੍ਹਦੇ ਆ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਇਹ ਸਾਧੂਆਂ ਦੀ ਸੰਗਤ ਦਾ ਫਲ ਹੈ। ਸਾਧ ਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਰੇ ਸੰਤ ਜਨਾਂ ਕੀ ਰੇਣ। ਕਿਉਂ? ਕਿਉਂਕਿ ਮਹਾਰਾਜ ਅਗਲੀ ਤੁਕ ਵਿੱਚ ਫਿਰ ਇਸ ਗੱਲ ਦਾ ਜਵਾਬ ਦਿੰਦੇ ਨੇ, ਸੰਤ ਸਭਾ ਮਿਲ ਪਾਈਐ, ਮੁਕਤ ਪਦਾਰਥ ਧੇਣ। ਸਾਧੂਆਂ ਦੀ ਸਭਾ ਵਿੱਚ, ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਮੁਕਤੀ ਰੂਪੀ ਪਦਾਰਥ ਮਿਲ ਜਾਂਦਾ ਹੈ। 84 ਲੱਖ ਜੂਨ ਤੋਂ ਛੁਟਕਾਰਾ ਮਿਲ ਜਾਂਦਾ ਹੈ, ਕਿਉਂਕਿ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਉਸ ਪ੍ਰਭੂ ਦੀ ਸਿਫਤ ਸ਼ਲਾਘਾ ਕਰਨ ਦਾ ਮੌਕਾ ਮਿਲ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਧਾਤ ਮਿਲੈ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ। ਜਿਸ ਤਰ੍ਹਾਂ ਸੋਨੇ ਦੇ ਗਹਿਣੇ ਜਿਹੜੇ ਨੇ ਨਾ, ਕੋਈ ਕੋਕਾ ਹੈ, ਕੋਈ ਬਾਲੀ ਹੈ, ਕੋਈ ਕੜਾ ਹੈ, ਕੋਈ ਮੁੰਦਰੀ ਹੈ, ਜਦੋਂ ਇਹਨੂੰ ਕੁਠਾਲੀ ਵਿੱਚ ਪਾ ਕੇ ਢਾਲ ਲਈਏ ਨਾ ਤੇ ਇਹਦੀ ਰੈਣੀ ਬਣ ਜਾਂਦੀ ਹੈ। ਗੁਰੂ ਸਾਹਿਬ ਦੇ ਬਚਨ ਨੇ, ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਨਕ ਵਖਾਨੀ। ਤੇ ਇਸੇ ਤਰ੍ਹਾਂ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ, ਕਹੋ ਨਾਨਕ ਨਿਸ਼ਚਲ ਘਰ ਬਾਂਧਿਓ ਗੁਰ ਕੀਓ ਬੰਧਾ ਨਹੀਂ। ਧਾਤ ਮਿਲੈ ਫੁਨ ਧਾਤ ਕੋ, ਜਿਵੇਂ ਧਾਤ ਦੇ ਗਹਿਣੇ ਬਣ ਕੇ ਜਦੋਂ ਉਹਨਾਂ ਨੂੰ ਢਾਲੀਏ ਫਿਰ ਧਾਤ ਵਿੱਚ ਮਿਲ ਜਾਂਦੇ ਨੇ, ਇਸੇ ਤਰ੍ਹਾਂ ਸਿਫਤੀ ਸਿਫਤ ਸਮਾਈ ਹੈ। ਪ੍ਰਭੂ ਦੀ
ਸਿਫਤ ਸਲਾਘਾ ਕਰਨ ਦੇ ਨਾਲ ਪ੍ਰਭੂ ਉਹ ਜਿਹਦੀ ਆਪਾਂ ਸਿਫਤ ਕਰਦੇ ਹਾਂ ਉਹਦੇ ਵਿੱਚ ਹੀ ਲੀਨ ਹੋ ਜਾਈਦਾ। ਤੋ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਇਹ ਗੱਲ ਯਾਦ ਰੱਖੋ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਕੀਤਾ, ਅਤੇ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਲਾ ਪਕੜੀਏ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਫਿਰ ਕੀ ਹੋਵੇਗਾ? ਦੁੱਖ ਪਰ ਹਰ ਸੁਖ ਘਰ ਲੈ ਜਾਏ। ਜਿਨ ਕਾ ਦਿਨ ਮਨਾਤੇ ਹੋ ਉਨਕਾ अर्श दात भी समझो, जिनका दिन मनाते हो उनकी बात भी समझो। महापुरखों का संत बाबा अमीर सिंह जी का बहुत बहुत धन्यवाद है, जो पिछले कई दिनों तो महापुरखों की याद विच गुरमत समागम करवा रहे ने। परसों ही वातावरण संबंधी बड़ा वड्डा महापुरखों ने सैमीनार करवाया। वातावरण किहो जिहा होना चाहिए, शुद्ध वातावरण के की लाभ ने, शुद्ध वातावरण की जरूरत क्यों है, अजोके समय विच वातावरण नूं किवें शुद्ध किया जा सकता है। ये बहुत वड्डियां डूंघियां विचारां महापुरखों ने इत्थे करवाउणा कीतियां ने। सो आओ मैं तां गुरु पातशाह के चरणों च अरदास करांगा कि संत बाबा अमीर सिंह जी दे सतगुरु जी सिर ते मेहर भरिया हथ रखण। जिवें ये कौम दी पंथ दी निष्काम हो के सेवा कर रहे ने, इस तरह चढ़दी कला विच होर भी वध तो वध गुरु दी सेवा करन। टुटियां होइयां रूहां नूं गुरु दे नाल जोड़न दा उद्यम उपराला महाराज इन्हां नूं हमेशा बख्शदे रहण। भुल्लां चुकां दी खिमा जी। बहुत बहुत धन्यवाद। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। ਇਹ ਸਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਤ੍ਰਿਲੋਚਨ ਸਿੰਘ ਜੀ, ਜਿਨ੍ਹਾਂ ਦਾ ਸਨਮਾਨ ਕਰ ਰਹੇ ਹਨ ਸੰਤ ਗਿਆਨੀ ਅਮੀਰ ਸਿੰਘ ਜੀ। ਬੋਲੇ ਸੋ ਨਿਹਾਲ।